ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਅਤੇ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਹਾਂ। ਸਪਾਂਸਰਸ ਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਨੰਬਰ ਹੈ ਇਹਨਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਚੱਲੀਏ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਸੰਪਰਕ ਕਰ ਸਕਦੇ ਹੋ ਜੇ ਟਰਕੀਆਣਾ ਹੋਣਾ ਦੇ ਨਾਲ ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ। जीके धनोटा, कृष्ण धनोटा, यूबा सिटी, बलजिंदर सिंह निज्जर, वुडलैंड, परमजीत कौर रंगी, वेकाविल, हरनेक सिंह पावला इंडियन कुजीन वाले, रेंटन तो GN ल्यूब एंड ट्रक वॉश ऑयल चेंज एयर ब्रेक्स का तसली बख्श काम करवाने के लिए कॉल निमा सहोता संपर्क कर सकते हो 209 277 0113। नवे पुराने टायर भी इतों लै सकते हो। लोकेशन सेंटानेला दी है, बूटा सिंह राणीपुर फ्रिजनो। स्पॉन्सर्स का बहुत बहुत धन्यवाद है। हुण रुख करते हैं खबरों का। सब तो पहला स्वागत करते हैं मिंटू जी का। सत श्री अकाल मिंटू जी। जी सारिਆਂ ਨੂੰ सत श्री अकाल जी। सो मिंटू जी ਆਪਾਂ ਹੁਣ ਖਬਰਾਂ ਦਾ ਰੁਖ ਕਰੀਏ ਤੇ ਗੱਲ ਬ੍ਰਿਜ ਭੂਸ਼ਣ ਹੋਣਾ ਦੀ ਕਰੀਏ। ਅੱਜ ਕਹਿੰਦੇ ਚਾਰਜ ਸ਼ੀਟਾਂ ਦਾਖਲ ਹੋ ਗਈਆਂ ਨੇ ਵੱਖ-ਵੱਖ ਦੋ ਤੇ ਰਾਹਤ ਵੱਡੀ ਮਿਲ ਗਈ ਪਰ ਇਹ ਰਾਹਤ ਕਿਹੜੀ ਹੈ ਜੀ? नहीं देखो थोड़ी ਤੁਹਾਨੂੰ गलतफहमी है करना जी, क्योंकि चार्जशीटां दो नहीं हो सकती। जे राहत मिली है इट मीन के वो एक कैंसलेशन रिपोर्ट फिल की थी उन्होंने ਉਹਦੇ ਵਿੱਚ जी ਇੱਕ ਮਾਮਲੇ ਕੈਂਸਲੇਸ਼ਨ ਰਿਪੋਰਟ ਹੈ ਉਹ ਚਾਰਜਸ਼ੀਟ ਨਹੀਂ ਹੈ। ਚਾਰਜਸ਼ੀਟ ਹੁੰਦੀ ਹੈ ਜਿਹਦੇ ਚ ਮੰਨ ਲਓ ਪੁਲਿਸ ਦੇਖਦੀ ਹੈ ਕਿ ਹਾਂਜੀ ਕੇਸ ਚਲਾਉਣ ਜੋਗਾ ਮਸਾਲਾ ਹੈਗਾ ਉਹਨਾਂ ਦੇ ਕੋਲ ਜੀ। ਸੋ ਇਸ ਕਰਕੇ ਯਾਨੀ ਕਹਿਣ ਦਾ ਭਾਵ ਇਹੋ ਆ ਕਿ ਆਪਾਂ ਜੇ ਦੇਖੀਏ ਤਾਂ ਮੁੱਢਲੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਬ੍ਰਿਜ ਭੂਸ਼ਣ ਨੂੰ ਰਾਹਤ ਮਿਲੀ ਹੈ ਪਰ ਐਸੀ ਕੋਈ ਵੱਡੀ ਰਾਹਤ ਨਹੀਂ ਹੈ। ਮੇਰਾ ਤਾਂ ਮੰਨਣਾ ਇਹ ਆ ਹਾਲ ਦੀ ਘੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਪਾਸੋਂ ਜਾਨ ਛੁੱਟੀ ਆ ਦੂਜੇ ਪਾਸੇ ਉਦਾਂ ਹੀ ਆ ਮਸਲਾ। ਮਸਲਨ ਕਿ ਦੋ FIR ਸਨ। ਇਸ ਚੀਜ਼ ਨੂੰ ਸਮਝ ਲਓ। ਇੱਕ ਹੋ ਗਈ ਸੀ ਪੋਸਕੋ ਤਹਿਤ। ਪੋਸਕੋ ਮਤਲਬ ਕਿ ਜਦੋਂ ਕਿਸੇ ਨਾਬਾਲਗ ਦਾ ਸ਼ੋਸ਼ਣ ਹੁੰਦਾ ਜਾਂ ਕੋਈ ਇਸ ਤਰ੍ਹਾਂ ਦਾ ਗੰਦਾ ਕੰਮ ਹੁੰਦਾ ਤਾਂ ਉਦੋਂ ਪੋਸਕੋ ਲੱਗ ਜਾਂਦਾ ਹੈ। ਤਾਂ ਹੋ ਕੀ ਸੀਗਾ ਕਿ ਪੋਸਕੋ ਜਿਹਦੇ ਬਿਆਨਾਂ ਤੇ ਲੱਗਾ ਸੀ ਉਹ ਲੜਕੀ ਬਾਅਦ ਦੇ ਵਿੱਚ ਬਾਲਗ ਨਿਕਲੀ ਤੇ ਆਪਣੇ ਬਿਆਨ ਤੋਂ ਪਲਟ ਗਈ ਸੀ। ਉਹਦੇ ਪਿਤਾ ਨੇ ਵੀ ਕਹਿ ਦਿੱਤਾ ਸੀਗਾ ਮੀਡੀਆ 'ਚ ਆ ਕੇ ਕਿ ਦੇਖੋ ਮਤਲਬ ਕਿ ਅਸੀਂ ਜਿਹੜੇ ਦੋਸ਼ ਲਾਏ ਨੇ ਉਹ ਤਾਂ ਲਾਏ ਕਿਉਂਕਿ ਸਾਡੀ ਲੜਕੀ ਨਾਲ ਕੰਪੀਟੀਸ਼ਨ 'ਚ ਵਿਤਕਰਾ ਹੋ ਗਿਆ ਸੀਗਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਉਹਨਾਂ ਨੇ ਖੁਦ ਹੀ ਆ ਕੇ ਕਹਿ ਦਿੱਤਾ ਸੀ ਤਾਂ ਫਿਰ ਉਹ ਕੇਸ ਕਿਵੇਂ ਚੱਲੇਗਾ? ਤੁਸੀਂ ਸੋਚ ਕੇ ਦੇਖੋ। ਜ਼ਾਰਾ ਜੀ ਗੱਲ ਹੈ ਨਾ, ਜਦੋਂ ਸ਼ਿਕਾਇਤਕਰਤਾ ਸਾਹਮਣੇ ਆ ਕੇ ਕੋਰਟ ਦੇ ਵਿੱਚ ਆ ਕੇ ਕਹਿ ਦਿੰਦੇ ਆ ਕਿ ਬਈ ਅਸੀਂ ਤਾਂ ਵਿਤਕਰਾ ਜਿਹੜਾ ਸੀਗਾ ਉਹਦੇ ਤੋਂ ਦੁਖੀ ਸਾਂ ਤਦ ਕਰਕੇ ਇਹ ਇਲਜ਼ਾਮਾਤ ਲਾਏ ਸੀਗੇ। ਤਾਂ ਇਹਦਾ ਮਤਲਬ ਕਿ ਪੋਸਕੋ ਤਾਂ ਫਿਰ ਬਣੇਗਾ ਨਹੀਂ ਕਿਉਂਕਿ ਉਹ ਕੁੜੀ ਵੀ ਬਾਲਗ ਨਿਕਲੇ ਜੀ ਜੀ ਉਹਦੀ ਉਮਰ ਦੇ ਵਿੱਚ ਵੀ ਫਰਕ ਸੀ। ਸੋ ਜਦੋਂ ਬਾਲਗ ਨਿਕਲਾਈ ਤਾਂ ਇਹਦਾ ਮਤਲਬ ਕਿ ਪੋਸਕੋ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਹੈ ਤਾਂ ਉਹ ਫਿਰ ਮੁਕੱਦਮਾ ਕਿਵੇਂ ਚੱਲੇਗਾ ਕਿਉਂਕਿ ਪੀੜਤਾ ਜਿਹੜੀ ਸੀਗੀ ਉਹ ਕਥਿਤ ਤੌਰ ਤੇ ਬਾਲਗ ਨਿਕਲ ਆਈ। ਇਸ ਕਰਕੇ ਇੱਕ ਚ ਤਾਂ ਕਹਿ ਸਕਦੇ ਆ ਕਿ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਆ। ਇਹ ਕਲੋਜ਼ਰ ਰਿਪੋਰਟ ਵੀ ਜਿਹੜੀ ਆ 550 ਪੰਨਿਆਂ ਦੀ ਆ ਜਿਹਦੇ ਚ ਉਹਨਾਂ ਨੇ ਸਾਰੇ ਇਹ ਹਵਾਲੇ ਜਿਹੜੇ ਆ ਉਹ ਦਰਜ ਕੀਤੇ ਆ। ਤਾਂ ਦੂਸਰੇ ਪਾਸੇ ਹੁਣ ਮਤਲਬ ਕਿ ਰਹਿ ਗਈ ਦੂਜੀ ਚਾਰਜਸ਼ੀਟ। ਉਹ ਚਾਰਜਸ਼ੀਟ ਕਿਹੜੀ ਹੈ ਕਿ ਜਿਹਦੇ ਚ 6 ਬਾਲਗ ਪਹਿਲਵਾਨਾਂ ਨੇ ਦੋਸ਼ ਲਾਏ ਆ। यानी दो केस अड अड हो गए, दो FIR अड अड हो गई। एक पॉस्को नाबालग दी 6 पहलवाना दी जो बालग सन एक FIR होगी। मेरे ख्याल नाल तुसी समझ गए होंगे कि कहानी की सीगी। तां एक्चुअल च हुण पॉस्को नू छड्ड दईए ਉਹ ਤਾਂ ਕੈਂਸਲੇਸ਼ਨ ਰਿਪੋर्ट हो गई। ਤਾਂ ਕੈਂਸਲੇਸ਼ਨ ਰਿਪੋर्ट ਦੇ ਵਿੱਚ ਵੀ ਇਹ ਹੁੰਦਾ ਉਹਨੂੰ ਕਲੋਜ਼ਰ ਰਿਪੋर्ट ਵੀ ਆਪਾਂ ਕਹਿ ਦਿੰਦੇ ਆ ਕਿ ਕੋਰਟ ਹੁਣ ਉਹਦੇ ਤੇ ਗਾਂ ਸੁਣਵਾਈ ਕਰੇਗਾ ਤੇ ਮੋਸਟ ਪ੍ਰੋਬਬਲੀ ਉਹ ਹੋ ਜਾਣੀ ਹੈ ਪ੍ਰਵਾਨ ਹੋ ਜਾਣੀ ਆ।
ਤਾਂ ਪਰ ਉਹਦੇ ਵਾਸਤੇ ਕੋਰਟ ਇੱਕ ਵਾਰੀ ਟਾਈਮ ਲੈਂਦਾ, ਤਾਂ ਫਿਰ ਬਾਅਦ ਚੋਂ ਦੇਖ ਕੇ ਕਿ ਕਲੋਜ਼ਰ ਰਿਪੋਰਟ ਵਾਕਿਆ ਪ੍ਰਵਾਨ ਕੀਤੀ ਜਾ ਸਕਦੀ, ਉਸ ਨੂੰ ਪ੍ਰਵਾਨ ਕਰ ਲੈਂਦਾ। ਦੂਜੇ ਪਾਸੇ ਬੀਤੇ ਦਿਨੀ ਵੀ ਆਪਾਂ ਗੱਲ ਕੀਤੀ ਸੀ ਕਿ ਕੁਝ ਪਹਿਲਵਾਨਾਂ ਨੇ ਯਾਨੀ ਇਸ ਚਾਰੇ ਸ਼ੀਟ ਤੋਂ ਪਹਿਲਾਂ ਸਬੂਤ ਸੌਂਪੇ ਸੀਗੇ, ਤਾਂ ਸਬੂਤ ਹੀ ਨਹੀਂ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਕ ਦੋ ਅਹਿਮ ਗਵਾਹ ਵੀ ਸਾਹਮਣੇ ਆਏ, ਜਿਨ੍ਹਾਂ ਚੋਂ ਇੱਕ ਰੈਫਰੀ, ਇੱਕ ਕੋਚ ਸੀ, ਉਹ ਪਹਿਲਵਾਨਾਂ ਦੇ ਹੱਕ ਦੇ ਵਿੱਚ। ਤਾਂ ਇਹਦਾ ਮਤਲਬ ਇਹ ਆ ਕਿ ਇਹ ਜਿਹੜਾ ਕੇਸ ਹੈ ਬਾਲਗ ਪਹਿਲਵਾਨਾਂ ਵਾਲਾ, ਇਹ ਹੁਣ ਅੱਗੇ ਚੱਲ ਸਕਦਾ ਹੈ। ਤਾਂ ਇਹ ਜਦੋਂ ਚੱਲੇਗਾ ਫਿਰ ਪਤਾ ਲੱਗੇਗਾ ਕਿ ਉਹ ਦੋਸ਼ ਸਾਬਤ ਹੁੰਦੇ ਆ ਕਿ ਨਹੀਂ ਹੁੰਦੇ, ਜਿਨ੍ਹਾਂ ਦੇ ਵਿੱਚ ਆਪਾਂ ਸਬੂਤ ਦੇਣ ਦੀ ਗੱਲ ਕਰਦੇ ਹਾਂ। ਤਾਂ ਕੁੱਲ ਮਿਲਾ ਕੇ ਬ੍ਰਿਜ ਭੂਸ਼ਣ ਵਾਸਤੇ ਰਾਹਤ ਵਾਲੀ ਇਹ ਗੱਲ ਹੁੰਦੀ ਹੈ ਕਿ ਪੌਸਕੋ ਤਹਿਤ, ਦੇਖੋ ਪੌਸਕੋ ਜਿਹੜਾ ਕਾਨੂੰਨ ਹੈ ਨਾ, ਉਹਦੇ ਵਿੱਚ ਗ੍ਰਿਫਤਾਰੀ ਹੋ ਜਾਂਦੀ ਆ। ਮੇਨ ਗੱਲ ਇਹ ਸੀਗੀ, ਪੌਸਕੋ ਜਿਹੜਾ ਕਾਨੂੰਨ ਇਸ ਤਰ੍ਹਾਂ ਦਾ, ਇਹ ਤਾਂ ਚਲੋ ਹੁਣ ਮਾਮਲਾ ਹਾਈ ਪ੍ਰੋਫਾਈਲ ਹੋ ਗਿਆ, ਨਹੀਂ ਤਾਂ ਪੌਸਕੋ ਲੱਗਦੇ ਸਰ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਫਿਰ ਜਾਂਚ ਹੁੰਦੀ ਹੈ। ਦੂਜੇ ਕੇਸਾਂ 'ਚ ਕੀ ਹੁੰਦਾ ਕਿ ਪਹਿਲਾਂ ਜਾਂਚ ਹੁੰਦੀ ਹੈ ਫਿਰ ਗ੍ਰਿਫਤਾਰੀ ਹੁੰਦੀ, ਇਹ ਫਰਕ ਹੁੰਦਾ ਪੌਸਕੋ ਦਾ। ਤਾਂ ਹੀ ਤਾਂ ਪੌਸਕੋ ਨੂੰ ਲੈ ਕੇ ਹੀ ਲੜਾਈ ਸੀ, ਇਸ ਕਰਕੇ ਹੀ ਦਿੱਲੀ ਪੁਲਿਸ ਨੇ ਇਹ ਮਾਮਲਾ ਹੋਲਡ ਤੇ ਕਰ ਰੱਖਿਆ ਸੀਗਾ ਕਿ ਅਸੀਂ ਜਦੋਂ ਜਾਂਚ ਪੜਤਾਲ ਕਰ ਲਵਾਂਗੇ ਉਸ ਤੋਂ ਬਾਅਦ ਹੀ ਨਤੀਜੇ ਤੇ ਪਹੁੰਚਾਂਗੇ, ਕਿਉਂਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਾਰਾ ਕੁਝ ਹੋ ਰਿਹਾ ਸੀ, ਇਹਨਾਂ ਨੂੰ ਕਰਨਾ ਪੈਣਾ ਸੀਗਾ। ਇਸ ਤੋਂ ਪਹਿਲਾਂ ਇਹ ਸਟੇਟਸ ਰਿਪੋਰਟ ਵੀ ਦਾਖਲ ਕਰ ਚੁੱਕੇ ਆ। ਤਾਂ ਹੁਣ ਇਹ ਵੇਖਣਾ ਹੋਏਗਾ ਜਿਹੜੇ 6 ਬਾਲਗ ਪਹਿਲਵਾਨਾਂ ਦੇ ਸ਼ਿਕਾਇਤ ਵਾਲੇ ਅਲੱਗ-ਅਲੱਗ ਮਾਮਲੇ ਆ ਜਿਹੜੇ ਇੱਕੋ FIR ਦੇ ਵਿੱਚ ਦਰਜ ਨੇ, ਤਾਂ ਕੀ ਉਹ ਸਾਬਤ ਹੁੰਦੇ ਨੇ? ਸਾਬਤ ਹੁੰਦੇ ਆ ਤਾਂ ਫਿਰ ਬ੍ਰਿਜ ਭੂਸ਼ਣ ਦੀ ਕਿੰਨੀ ਕੁ ਵਾਟ ਲੱਗਦੀ ਹੈ, ਇਹ ਹੁਣ ਵੇਖਣਾ ਹੋਏਗਾ। ਪਰ ਤੁਸੀਂ ਆਪ ਸੋਚ ਕੇ ਦੇਖੋ ਕਿ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹਾਂ, ਪਹਿਲਾਂ ਪਹਿਲਵਾਨ ਬੈਠੇ ਤਾਂ ਉਦੋਂ ਉੱਠ ਗਏ, ਫਿਰ ਇਹਨਾਂ ਨੇ ਵਿੱਚ ਦੀ ਮੁਲਾਕਾਤਾਂ ਕਰ ਲਈਆਂ ਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਕੁਝ ਪ੍ਰੋਗਰਾਮ ਉਲੀਕੇ ਗਏ, ਫਿਰ ਕੈਂਸਲ ਕੀਤੇ ਗਏ, ਫਿਰ ਯਾਨੀ ਨੌਕਰੀ ਜੁਆਇਨ ਕਰ ਲਈ ਗਈ। ਹੁਣ ਇਹ ਮੋੜ ਆ ਗਿਆ ਬਾਲਗ ਵਾਲਾ, ਬਿਆਨ ਪਲਟ ਜਾਣਾ, ਨਾਬਾਲਗ ਵਾਲਾ ਸੌਰੀ। ਤਾਂ ਇਹ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜਿਸ ਪੱਧਰ ਤੇ ਪਹੁੰਚ ਗਿਆ ਸੀ ਇਹ ਅੰਦੋਲਨ, ਤਾਂ ਉਹਦੇ ਤੋਂ ਕਿਤੇ ਨਾ ਕਿਤੇ ਖਿਸਕ ਗਿਆ, ਉਹਦੇ ਤੋਂ ਖਿਸਕ ਗਿਆ। ਤਾਂ ਇਹ ਤਾਂ ਆਪਾਂ ਨੂੰ ਮੰਨਣਾ ਪਵੇਗਾ। ਪਰ ਹੁਣ ਦੂਸਰੀ FIR ਤੇ ਨਿਗਾਹ ਰਹੇਗੀ ਕਿ ਕੀ ਉਸ FIR ਦੇ ਵਿੱਚ ਹੁਣ ਕੋਈ ਅੱਗੇ ਜਾ ਕੇ ਸਬੂਤ ਜਿਹੜੇ ਆ ਉਹ ਸਾਬਤ ਹੁੰਦੇ ਆ। ਜੇ ਸਾਬਤ ਹੁੰਦੇ ਆ ਤਾਂ ਫਿਰ ਬ੍ਰਿਜ ਭੂਸ਼ਣ ਦਾ ਕੀ ਹਾਸ਼ਰ ਹੁੰਦਾ ਹੈ। ਤਾਂ ਇਹ ਵੀ ਵੇਖਣਾ ਹੋਏਗਾ ਕਿ 2024 ਤੋਂ ਪਹਿਲਾਂ ਬ੍ਰਿਜ ਭੂਸ਼ਣ ਦੀ ਤਕਦੀਰ ਦਾ ਕੀ ਫੈਸਲਾ ਹੁੰਦਾ ਹੈ, ਕਿਉਂਕਿ ਇਲੈਕਸ਼ਨ ਬ੍ਰਿਜ ਭੂਸ਼ਣ ਜਿਹੜਾ ਹੈ ਉਹ ਐਲਾਨ ਕਰ ਚੁੱਕਾ ਕਿ ਮੈਂ ਲੜਾਂਗਾ ਜੀ। ਸੋ ਵੇਖਦੇ ਹਾਂ ਕਿ ਹੁਣ ਜਿਹੜੀ ਚਾਰਜ ਸ਼ੀਟ ਦਾਖਲ ਹੋਈ ਹੈ ਉਹਦੇ ਤੇ ਅੱਗੇ ਕੀ ਕੁਝ ਹੁੰਦਾ ਹੈ। ਤੇ ਚੋਣ ਲੜਨ ਵਾਲਾ ਤਾਂ ਮੁੱਦਾ ਮੈਨੂੰ ਲੱਗਦਾ ਖਤਮ ਹੁੰਦਾ ਹੀ ਜਾਪਦਾ ਹੁਣ, ਜੇਕਰ ਇੱਕ ਵਾਰੀ ਗੇੜ ਸ਼ੁਰੂ ਹੋ ਗਿਆ। ਸੋ ਅੱਗੇ ਚਲੀਏ। ਕਹਿੰਦੇ ਜਦੋਂ ਦੇਣ ਵਾਲਾ ਛੱਪੜ ਪਾੜ ਕੇ ਦੇ ਦੇਵੇ ਫਿਰ ਬੰਦਾ ਕਿੱਥੇ ਕਿੱਥੇ ਰੱਖੂ ਉਸ ਪੈਸੇ ਨੂੰ, ਲੁਕਾਉਣ ਲਈ ਥਾਂ ਹੀ ਨਹੀਂ ਲੱਭੀ। ਤੇ ਕਹਿੰਦੇ ਲੁਧਿਆਣਾ ਲੁੱਟ ਦੇ ਮਾਮਲੇ 'ਚ ਹੁਣ ਟਾਇਲਟ ਦੀਆਂ ਟੈਂਕੀਆਂ ਤੱਕ ਚੋਂ ਪੈਸੇ ਮਿਲ ਰਹੇ ਨੇ, ਨੋਟ ਮਿਲ ਰਹੇ ਨੇ। ਮਿੰਟੂ ਜੀ ਕੀ ਹੈ ਮਾਜਰਾ ਹੁਣ ਸਾਰਾ, ਕਿੱਧਰ ਨੂੰ ਜਾਂਦੀ ਲੱਗਦੀ ਗੱਲ? ਦੇਖੋ ਮਾੜੇ ਬੰਦੇ ਨੂੰ ਗੁਰਪ੍ਰੀਤ ਜੀ ਪੈਸਾ ਨਹੀਂ ਸਾਂਭਿਆ ਜਾਂਦਾ, ਪੈਸਾ ਸਾਂਭਣਾ ਨਹੀਂ ਆਉਂਦਾ ਤੱਤੇ ਫੱਟ। ਇਹ ਸੱਚ ਆ, ਹਕੀਕਤ ਆ। ਜਦੋਂ ਮੇਰੇ ਵਰਗੇ ਬੰਦੇ ਨੂੰ ਇੰਨੀ ਮਾਰ ਵੱਜ ਜਾਵੇ ਉਹ ਤਾਂ ਕਮਲਾ ਹੋ ਜਾਏਗਾ ਕਿ ਇੰਨਾ ਪੈਸਾ। ਉਹ ਗੁਰਪ੍ਰੀਤ ਜੀ ਅੱਧੇ ਲੋਕ ਤੇ ਟੀਵੀ ਵੇਖ ਕੇ ਹਾਏ ਹਾਏ ਕਰੀ ਜਾਂਦੇ ਸੀ, ਐਡਾ ਤਗੜਾ ਢੇਰ ਲੱਗਾ। ਤੁਸੀਂ ਮੈਨੂੰ ਦੇਖੋ, ਮਤਲਬ ਕਿ ਤੁਸੀਂ ਦੱਸੋ ਕਿ ਮਾੜੇ ਬੰਦੇ ਦੇ ਘਰ ਏਡੀ ਰੂੜੀ ਨਹੀਂ ਲੱਗੀ ਹੁੰਦੀ। 4 ਬੱਕਰੀਆਂ ਵਾਲਾ ਘਰ ਹੋਵੇ ਤੇ ਜਿਹੜਾ ਹਿਸਾਬ ਕਿਤਾਬ ਪਿੱਛੇ ਲੁਕੇ ਹੋਏ ਨਜ਼ਰ ਆ ਰਹੇ ਸਨ, ਢੇਰੀਆਂ ਐਡੀਆਂ ਉੱਚੀਆਂ ਉੱਚੀਆਂ ਲੱਗੀਆਂ ਨੋਟਾਂ ਦੀਆਂ। ਹਾਂਜੀ ਹਾਂਜੀ, ਉਤੋਂ ਤਾਂ ਉਹ ਵੀ ਸ਼ਾਇਦ ਠੀਕ ਹੈ ਅਣਗੌਲਿਆ ਕਰਦੇ ਹੋਣ, ਪਰ ਦਿਲੋਂ ਤੇ ਉਹ ਵੀ ਕਹਿੰਦੇ ਨੇ ਬੱਲੇ 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 ਇੰਨਾ ਪੈਸਾ ਇੰਨਾ ਪੈਸਾ। ਤਾਂ ਬਈ ਇਹ ਆ ਕਿ ਜਿਨ੍ਹਾਂ ਨੂੰ ਇੰਨਾ ਪੈਸਾ ਵੱਜ ਗਿਆ, ਜਿਹੜੇ ਬਹੁਤ ਮਤਲਬ ਕਿ ਆਮ ਸਧਾਰਨ ਬੰਦੇ ਸੀਗੇ, ਇਹਨਾਂ ਦੇ ਵਿੱਚੋਂ ਇੱਕ ਤੇ ਪੱਲੇਦਾਰ ਸੀ, ਉਹ ਸ਼ਰਾਬ ਦੀਆਂ ਬੋਤਲਾਂ ਹੀ ਖੋਲੀ ਜਾਂਦਾ ਸੀ। ਪੀ ਲੋ ਮਾੜੀ ਜੀ ਅੱਜ ਗੱਲ ਹੀ ਕਰਨੇ ਤਾਂ ਮਤਲਬ ਏਦਾਂ ਪੈਸੇ ਖੁੱਲ ਗਏ, ਸਾਡੀਆਂ ਬੱਕਰੀਆਂ ਨਹੀਂ ਪੈਸੇ ਖਾਂਦੀਆਂ। ਤਾਂ ਉਹ ਉਥੋਂ ਇੰਟੈਲੀਜੈਂਸੀ ਨੂੰ ਜਦੋਂ ਆਸੇ ਪਾਸੇ ਪਤਾ ਕੀਤਾ, ਉਹਨੇ ਕਿਹਾ ਜੀ ਇਹਦੇ ਕੋਲ ਬੜੇ ਨੋਟ ਆਏ ਨੇ। ਤੇ ਦਾਰੂ ਵੀ ਕਹਿੰਦੇ ਵੀ ਮਹਿੰਗੀ ਤੋਂ ਮਹਿੰਗੀ ਚੱਕੀ ਫਿਰਦਾ, ਤੇ ਜਣੇ ਖਣੇ ਨੂੰ ਕਹਿੰਦਾ ਹਾਂ ਵੀ ਆ ਜਾ ਮਿੱਤਰਾ ਲਾਉਣਾ ਹੀ ਘੁੱਟ। ਤੇ ਇਹ ਪਤਾ ਨਹੀਂ ਕਿੱਥੋਂ ਲੋਟੋ ਲਾ ਕੇ ਆਇਆ। ਤਾਂ ਇਸ ਤਰ੍ਹਾਂ ਇੰਟੈਲੀਜੈਂਸੀ ਫਿਰ ਪਹੁੰਚ ਜਾਂਦੀ ਹੈ। ਤੇ ਜਿਹੜਾ ਇਹ ਮਨਜਿੰਦਰ ਸੀਗਾ, ਯਾਨੀ ਮੈਡਮ ਮੋਨਾ ਜਿਹੜੀ ਫਰਾਰ ਹੈ ਇਸ ਟਾਈਮ, ਜਿਹਨੂੰ ਹਸੀਨਾ ਡਾਕੂ ਕਹਿੰਦੇ ਨੇ, ਤਾਂ ਉਹ ਦਾ ਜਿਹੜਾ ਇਹ ਫਰੈਂਡ ਸੀਗਾ, ਜਿਹੜਾ ਇਸੇ ਕੰਪਨੀ 'ਚ ਹੀ ਕੰਮ ਕਰਦਾ ਸੀਗਾ। ਐਕਚੁਅਲ 'ਚ ਕੀ ਆ ਕਿ ਉਹਦੇ ਮਤਲਬ ਕਿ ਹੁਣ ਸੈਪਟਿਕ ਟੈਂਕ 'ਚੋਂ ਹਿਸਾਬ ਲਾ ਲਓ, ਨੋਟ ਜਿਹੜੇ ਸੀਗੇ ਨਾ ਲਿਫਾਫਿਆਂ 'ਚ ਪਾ ਕੇ ਸੁੱਟੇ ਮਿਲੇ ਆ।
ਜੀ ਮਤਲਬ ਉਹ ਸੀਗਾ ਕਿ ਜਦੋਂ ਗੱਲ ਠੰਡੀ ਜੀ ਹੋ ਜੂਗੀ ਵਿੱਚੋਂ ਕੱਢ ਲੂੰਗਾ ਲਿਫਾਫਿਆਂ 'ਚ ਪਾ ਕੇ, ਤਾਂ ਉਹ ਨੋਟ ਗੰਦੇ ਹੋ ਜਾਣੇ, ਸੁਭਾਵਿਕ ਸੀ। ਪਹਿਲਾਂ ਉਹ ਟੈਂਕ ਖਾਲੀ ਕੀਤੇ ਗਏ, ਫਿਰ ਉਹ ਬੰਡਲ ਕੱਢੇ ਗਏ, ਫਿਰ ਉਹਨਾਂ ਨੂੰ ਧੋਤਾ ਗਿਆ, ਵਾਸ਼ ਕੀਤਾ ਗਿਆ, ਹਿਸਾਬ ਲਾ ਲਓ। ਤੇ ਇਹ ਦੱਸਦੇ ਆ ਕਿ ਖਾਸੀ ਵੱਡੀ ਰਕਮ ਸੀਗੀ, ਮੇਰੇ ਖਿਆਲ ਦੇ ਨਾਲ ਤਕਰੀਬਨ 50 ਲੱਖ ਰੁਪਈਆ, ਜਿਹੜਾ ਹਿਸਾਬ ਲਾ ਲਓ ਕਿ ਟੋਇਲਟ ਦੇ ਟੈਂਕ 'ਚ ਸੁੱਟ ਰੱਖੇ ਸੀ, ਜੀ ਇੰਨਾ ਪੈਸਾ ਆਇਆ ਸੀ। ਤਾਂ ਮਤਲਬ ਕਿ ਕਿਸੇ ਨੇ ਟੋਆ ਕੱਢ ਕੇ, ਤੇ ਜਿਵੇਂ ਆਪਾਂ ਮੁਰਦਾ ਕੋਈ ਜਾਨਵਰ ਨਹੀਂ ਦੱਬ ਦਿੰਦੇ, ਏਦਾਂ ਪੈਸੇ ਦੱਬੇ ਹੋਏ ਸੀ, ਤੇ ਉਹ ਤਾਂ ਉਦਾਂ ਹੀ ਗਲ ਜਾਣੇ ਸੀ ਕਿ ਜੇ 2 ਮਹੀਨੇ ਕਿਤੇ ਨਾ ਫੜੇ ਜਾਂਦੇ ਤੇ। ਤਾਂ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਜੋ ਕੀਤਾ ਬਹੁਤ ਕਾਹਲੀ ਚ ਕੀਤਾ, ਤੇ ਫੜੇ ਵੀ ਇਸੇ ਤਰ੍ਹਾਂ। ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹਰਕਤਾਂ ਇਹਨਾਂ ਦੀਆਂ ਜਿਹੜੀਆਂ ਸੀ ਉਹੀ ਫੜਾ ਗਈਆਂ, ਪਰ ਜੀ ਜਿਹੜੀ ਜੀ ਮੇਨ ਮਤਲਬ ਕਿ ਮਾਸਟਰ ਮਾਈਂਡ ਹੈ ਇਸ ਕੇਸ ਦੀ, ਮਨਦੀਪ ਕੌਰ ਮੋਨਾ, ਉਹ ਹਾਲ ਦੀ ਜੀ ਘੜੀ ਪੁਲਿਸ ਗ੍ਰਿਫਤ ਤੋਂ ਬਾਹਰ ਆ। ਅੱਜ ਸੀਪੀ ਸਾਹਿਬ ਜੀ ਨੇ ਇੰਨਾ ਜ਼ਰੂਰ ਆਖਿਆ ਹੈ ਕਿ ਮਨਦੀਪ ਕੌਰ ਮੋਨਾ ਜਿਹੜੀ ਹੈ, ਉਹ ਹੋ ਸਕਦਾ ਕਿ ਸਾਊਥ ਦੇ ਵਿੱਚ ਹੋਵੇ ਜਾਂ ਰਾਜਸਥਾਨ ਚ ਹੋਵੇ, ਮਹਾਰਾਸ਼ਟਰ ਚ ਹੋ ਸਕਦੀ ਹੈ, ਕਿ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਉੱਥੇ ਪਹੁੰਚੀਆਂ ਹੋਈਆਂ ਨੇ। ਤਾਂ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਬਈ ਅਸੀਂ ਪਿੱਛਾ ਕਰ ਰਹੇ ਹਾਂ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ। ਪਰ ਇਹਨਾਂ ਦੀਆਂ ਹਰਕਤਾਂ, ਇਸ ਲੁੱਟ ਨੇ, ਤੇ ਆ ਜਿਹੜਾ ਪੁਲਿਸ ਦਾ ਫੜਨਾ, ਇਹਨਾਂ ਸਾਰੀਆਂ ਚੀਜ਼ਾਂ ਨੇ ਗੁਰਪ੍ਰੀਤ ਜੀ ਲੋਕਾਂ ਨੂੰ ਇੱਕ ਵਾਰੀ ਹੈਰਾਨ ਤੇ ਜ਼ਰੂਰ ਕੀਤਾ। ਜੀ ਜੀ ਜੀ, ਇਹ ਤਾਂ ਹੈ, ਹੈਰਾਨੀ ਤਾਂ ਹੁੰਦੀ ਹੈ। ਉੱਪਰੋਂ ਜਦੋਂ ਸਾਡੇ ਵਰਗੇ ਮਾਤੜ ਬੰਦੇ ਤੋਂ 4 ਪੈਸੇ, ਜੇ 1000 ਦਾ 100 ਦੇ ਨੋਟ 1000 ਕਾ ਜੇ, ਤਾਂ ਉਹ ਚੋਂ ਗਿਣ ਕੇ ਬਾਰ-ਬਾਰ ਇੱਕ ਅੱਧਾ 100 ਦਾ ਨੋਟ ਅਸੀਂ ਡੈਮੇਜ ਕਰ ਲੈਂਦੇ ਹਾਂ, ਖਰਾਬ ਕਰ ਲੈਂਦੇ ਹਾਂ। ਸੋ ਇਹ ਤਾਂ ਫੇਰ ਹਾਂ, ਵੀ ਥੁੱਕ ਹੀ ਕਰੋੜਾਂ ਦਾ ਮੁੱਕ ਜਾਂਦੀ ਮਾਮਲਾ। ਹੈ ਜੀ, ਥੁੱਕ ਲਾ ਲਾ ਕੇ ਵਾਰ-ਵਾਰ ਗਿਣ ਕੇ ਥੁੱਕ ਮੁੱਕ ਜਾਂਦੀ ਹੈ। ਜੀ ਜੀ ਜੀ, ਸੋ ਅੱਗੇ ਚਲੀਏ, ਗੱਲ ਕਰੀਏ ਵਿਸ਼ੇਸ਼ ਸੈਸ਼ਨ ਦੀ। ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਹੁਣ ਰਾਜਪਾਲ ਨੇ ਸਪੀਕਰ ਸੰਧਵਾ ਨੂੰ ਲਿਖਿਆ ਪੱਤਰ ਜੀ। ਹਾਂਜੀ, ਸਪੀਕਰ ਸੰਧਵਾ ਨੂੰ ਪੱਤਰ ਲਿਖਿਆ ਗਿਆ ਹੈ ਜੀ ਰਾਜਪਾਲ ਹੋਣਾ ਵੱਲੋਂ ਵਿਸ਼ੇਸ਼ ਸੈਸ਼ਨ ਨੂੰ ਲੈ ਕੇ। ਦੇਖੋ ਐਤਕੀ ਇੰਟਰਸਟਿੰਗ ਗੱਲ ਇਹ ਸੀਗੀ ਕਿ ਰਾਜਪਾਲ ਸਾਹਿਬ ਨੇ ਪੱਤਰ ਨਹੀਂ ਲਿਖਿਆ ਸੀਐਮ ਸਾਹਿਬ ਨੂੰ, ਤੇ ਪੱਤਰ ਜੀ ਗਿਆ ਜੋ ਸੈਕਟਰੀਏਟ ਵਿਧਾਨ ਸਭਾ ਦਾ ਆ। ਤਾਂ ਉਹਨਾਂ ਨੇ ਕੁਝ ਸਵਾਲ ਪੁੱਛੇ, ਤੇ ਇਹਨਾਂ ਨੇ ਅਗਾਂਹ ਜਾਨੀ ਨੁਕਤੇ ਜਿਹੜੇ ਉਹ ਗਿਣਾ ਦਿੱਤੇ ਆ। ਕਿਉਂਕਿ ਵੇਖੋ ਜੀ ਰਾਜਪਾਲ ਸਾਹਿਬ ਵੀ ਜਿਹੜੇ ਆ ਨਾ, ਉਹ ਅੱਜ ਕੱਲ ਕਾਫੀ ਤਲਖੀ ਦਿਖਾ ਰਹੇ ਆ। ਉਹ ਕਹਿ ਰਹੇ ਆ ਕਿ ਬਈ ਦੇਖੋ ਕਿਹੜੇ ਨਿਯਮ ਤਹਿਤ ਤੁਸੀਂ ਸੈਸ਼ਨ ਸੱਦ ਰਹੇ ਹੋ। ਤਾਂ ਜਦੋਂ ਉਹ ਸੈਸ਼ਨ ਜਿਹੜਾ ਪੱਕੇ ਤੌਰ ਤੇ ਚੁੱਕਿਆ ਹੀ ਨਹੀਂ ਗਿਆ, ਤਾਂ ਉਹ ਜਦੋਂ ਮਰਜ਼ੀ ਸੱਦ ਸਕਦੇ, ਇਹ ਤੇ ਸਾਰਿਆਂ ਨੂੰ ਪਤਾ ਹੈ। ਤੇ ਦੂਜੀ ਗੱਲ, ਏਜੰਡਾ ਜਿਹੜਾ ਪੁੱਛਣਾ, ਤੇ ਜਦੋਂ ਤੱਕ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਆ, ਉਹ ਮਤਲਬ ਕਿ ਏਜੰਡਾ ਤੈਅ ਨਹੀਂ ਕਰਦੀ, ਫਾਈਨਲ ਜੀ ਨਹੀਂ ਕਰਦੀ, ਉਦੋਂ ਤੱਕ ਤੁਹਾਨੂੰ ਦੱਸੇਗਾ ਕੌਣ। ਜੀ ਤਾਂ ਜੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਹੁਣ ਇਹ ਗੱਲ ਜਿਹੜੀ ਆ ਖਾਸੀ ਜ਼ਿਆਦਾ, ਜੇ ਆਪਾਂ ਦੇਖੀਏ ਨਾ ਗੁਰਪ੍ਰੀਤ ਜੀ, ਉਹ ਖਿਲਰ ਗਈ ਆ। ਮੈਨੂੰ ਨਹੀਂ ਲੱਗਦਾ ਕਿ ਇਸ ਤਲਖੀ ਚੋਂ ਗਾਂ ਕੁਝ ਹੋਰ ਨਿਕਲੇਗਾ, ਇਹਦੇ ਚੋਂ ਸਿਰਫ ਤੇ ਸਿਰਫ ਲੜਾਈ ਉਹ ਨਿਕਲਣੀ ਹੈ। ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਹੁਣ ਰਾਜਪਾਲ ਸਾਹਿਬ ਇਹ ਪਤਾ ਲਾਉਣ ਦੀ ਥਾਂ ਤੇ ਕਿ ਕੀ ਜਿਹੜਾ ਪਿਛਲਾ ਸੈਸ਼ਨ ਸੀ ਉਹ ਪੱਕੇ ਜੀ ਤੌਰ ਤੇ ਚੁੱਕਿਆ ਗਿਆ ਜਾਂ ਮੁਲਤਵੀ ਕੀਤਾ ਗਿਆ, ਤਾਂ ਇਹ ਪਤਾ ਲਾਉਣ ਦੀ ਥਾਂ ਤੇ ਉਹ ਸਿੱਧਾ ਪੁੱਛ ਰਿਹਾ ਕਿ ਤੁਸੀਂ ਕਿਹੜੇ ਨਿਯਮਾਂ ਤਹਿਤ ਸੱਦ ਰਹੇ ਹੋ। ਤਾਂ ਨਿਯਮ ਤੇ ਸਾਫ਼ ਕਹਿੰਦੇ ਨੇ ਨਾ ਕਿ ਜੇ ਮੰਨ ਲਓ ਕੋਈ ਸੈਸ਼ਨ ਪੱਕੇ ਤੌਰ ਤੇ ਨਹੀਂ ਚੁੱਕਿਆ ਜਾਂਦਾ, ਤਾਂ ਉਸ ਨੂੰ ਦੁਬਾਰਾ ਕਿਸੇ ਵੇਲੇ ਵੀ ਸੱਦਿਆ ਜਾਂਦਾ, ਕਿਉਂਕਿ ਉਹ ਹਾਲ ਦੀ ਘੜੀ ਮੁਲਤਵੀ ਸਮਝਿਆ ਜਾਏਗਾ, ਜਿਹਨੂੰ ਆਪਾਂ ਕਈ ਵਾਰ ਆਪਾਂ ਇਹਨਾਂ ਦਾ ਦੇਖਿਆ ਨੇ, ਸਥਾਗਤ ਕਹਿ ਦਿੰਦੇ ਆ ਆਪਣੇ ਪੰਜਾਬੀ। ਜੀ 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 ਤਾਂ ਇਸ ਤਰ੍ਹਾਂ ਹੈ। ਤਾਂ ਖੈਰ ਗੱਲ ਇਹ ਆ ਕਿ ਜਿਹੜੀ ਸਥਿਤੀ ਟਸਲ ਵਾਲੀ ਬਣੀ ਆ, ਇਹ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈਗੀ, ਖੁਸ਼ਗਵਾਰ ਨਹੀਂ ਹੈਗੀ। ਇਹ ਗੱਲਾਂ ਗਾਂ ਵੱਧਦੀਆਂ ਹੀ ਆ। ਤੇ ਜੀ ਹੁਣ ਰਾਜਪਾਲ ਸਾਹਿਬ ਨੂੰ ਇਹ ਸਵਾਲ ਕਰਦੇ ਆ ਮੋੜਵਾ ਕਿ ਬਾਈ ਤੁਸੀਂ ਆਰਡੀਐਫ ਤੇ ਕਦੇ ਨਹੀਂ ਬੋਲਦੇ, ਤੁਸੀਂ ਜੋ ਸਾਡੇ ਨਾਲ ਹੁੰਦੀਆਂ ਨੇ ਅਣਹੋਣੀਆਂ, ਤੁਸੀਂ ਉਹਦੀ ਗੱਲ ਨਹੀਂ ਜੇ ਕਰਦੇ, ਪਰ ਸਾਡੇ ਖਿਲਾਫ ਤੇ ਤੁਸੀਂ ਬਈ ਏਦਾਂ ਵੱਧ ਚੜ ਕੇ ਸ਼ਾਟ ਮਾਰਦੇ ਜੇ। ਤਾਂ ਕੁੱਲ ਜੀ ਮਿਲਾ ਕੇ ਆਪਾਂ ਕਹਿ ਸਕਦੇ ਹਾਂ। ਪਰ ਹੁਣ ਜਿਹੜਾ ਇਹ ਸੈਸ਼ਨ ਹੈ, ਬਜਟ ਸੈਸ਼ਨ ਤੋਂ ਬਾਅਦ ਵਿਸ਼ੇਸ਼ ਇਜਲਾਸ, ਇਹਦੇ ਚ ਕੀ ਕੁਝ ਹੋਏਗਾ, ਇਹ ਵੇਖਣ ਵਾਲੀ ਗੱਲ ਹੋਏਗੀ, ਇਹ ਵੇਖਣ ਵਾਲੀ ਗੱਲ ਹੋਏਗੀ। ਕਿਉਂਕਿ ਜੀ ਹੁਣ ਦੇਖੋ 1-2 ਦਿਨ ਪਹਿਲਾਂ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਆ, ਉਹ ਸਾਰਾ ਕੁਝ ਤੈਅ ਕਰਕੇ ਫਾਈਨਲਾਈਜ਼ ਕਰਨ ਵਾਸਤੇ ਭੇਜਦੀ ਆ, ਤੇ ਬਾਅਦ ਚ ਮੋਹਰ ਲੱਗ ਜਾਂਦੀ ਆ, ਪ੍ਰਵਾਨਗੀ ਮਿਲ ਜਾਂਦੀ ਆ ਰਾਜਪਾਲ ਕੋਲ, ਤਾਂ ਫਿਰ ਤਾਂ ਏਜੰਡਾ ਪਤਾ ਲੱਗ ਜਾਂਦਾ। ਪਰ ਹੁਣ ਇਹੀ ਲੋਕ ਸਵਾਦ ਲੈ ਰਹੇ ਆ ਕਿ ਆਏਗਾ ਕੀ ਇਹ ਜਿਹੜਾ 2 ਦਿਨ ਦਾ ਵਿਸ਼ੇਸ਼ ਇਜਲਾਸ ਆ, ਕਿਉਂਕਿ ਖਬਰਾਂ ਜੀ ਆਈਆਂ ਜੀ ਕਿ ਅਰਵਿੰਦ ਕੇਜਰੀਵਾਲ ਵੀ ਆ ਸਕਦੇ ਆ।
ਤਾਂ ਇਹਦਾ ਮਤਲਬ ਕਿ ਫਿਰ ਆਰਡੀਨੈਂਸ ਤੇ ਵੀ ਗੱਲਬਾਤ ਹੋਏਗੀ। ਉਧਰੋਂ ਜੀ ਕੁਝ ਕੁ ਲੀਡਰ ਡਰੀ ਜਾਂਦੇ, ਕਾਂਗਰਸ ਵਾਲੇ ਕਹਿੰਦੇ ਯਾਰ ਸਾਨੂੰ ਰਗੜਾ ਬਹੁਤ ਲਾਉਣਗੇ, ਜੀ ਸਾਨੂੰ ਤੇ ਲੈ ਜਾਣਗੇ ਲੱਖੋਂ। ਉਹਦੇ ਚ ਬਾਜਵਾ, ਖੈਰਾ ਤੇ ਕੋਈ ਐਰਾ ਵਗੈਰਾ ਬਾਈ ਹੋਰ ਵੀ ਹੋ ਸਕਦਾ। ਯਾਨੀ ਇਹ ਵੀ ਹੈ ਕਿਉਂਕਿ ਮਾਮਲੇ ਦੋ ਤਿੰਨ ਤੁਹਾਨੂੰ ਪਤਾ ਹੀ ਹੈਗੇ ਆ ਜਿਹੜੇ ਕਿ ਵਿਧਾਇਕਾਂ ਜਾਂ ਮੰਤਰੀਆਂ ਨਾਲ ਜੁੜੇ ਆ। ਤਾਂ ਇਸ ਤਰ੍ਹਾਂ ਇੱਕ ਤੇ ਇਹ ਆ, ਬਾਕੀ ਜੀ ਇਹ ਵੀ ਹੋ ਸਕਦਾ ਜੋ ਸੈਂਟਰ ਨੇ ਆਰਡੀਐਫ ਜਾਂ ਹੋਰ ਵੱਖ-ਵੱਖ ਸਕੀਮਾਂ ਦਾ ਪੈਸਾ ਰੋਕ ਰੱਖਿਆ ਤਾਂ ਉਹ ਵੀ ਹੋ ਸਕਦਾ ਡਿਸਕਸ ਹੋ ਜਾਵੇ। ਜੀ ਤਾਂ ਇਹ ਤਾਂ ਮੁੱਖ ਤੌਰ ਤੇ ਮੁੱਦੇ ਲੱਗਦੇ ਆ ਕਿ ਐਸੇ ਮੁੱਦੇ ਜਿਹੜੇ ਆ ਉਹ ਵਿਚਾਰੇ ਜਾ ਸਕਦੇ ਆ। ਬਾਕੀ ਹੁਣ ਵੇਖੋ ਤਰੀਕ ਨੇੜੇ ਨੇੜੇ ਆ ਰਹੀ ਆ, ਪਰ ਉਹਦਾ ਜਿੱਦਾਂ ਜਿੱਦਾਂ ਇਹ ਤਰੀਕ ਨੇੜੇ ਆ ਰਹੀ ਆ ਉਹਦਾ ਮਤਲਬ ਕਿ ਮਾਹੌਲ ਦੇ ਵਿੱਚ ਕਸ਼ੀਦਗੀ ਵੀ ਜਿਹੜੀ ਆ ਉਹ ਵੱਧ ਰਹੀ ਹੈ। ਜੀ ਵੈਸੇ ਵੀ ਜਦੋਂ ਵਿਧਾਨ ਸਭਾ ਸੈਸ਼ਨ ਦੀ ਗੱਲ ਹੁੰਦੀ ਹੈ ਤਾਂ ਰਾਜਪਾਲ ਸਾਹਿਬ ਨਾਲ ਅਕਸਰ ਖੜਕੇ ਹੀ ਜਾਂਦੀ ਹੈ। ਮੁੱਦੇ ਤਾਂ ਹੋਰ ਵੀ ਬੜੇ ਆ ਜਿਨ੍ਹਾਂ ਤੇ ਖੜਕੀ ਰਹਿੰਦੀ ਹੈ, ਪਰ ਚਲੋ ਅੱਗੇ ਵਧਦੇ ਆ। ਸ਼ਮਸ਼ੇਰ ਸਿੰਘ ਨੇ ਵੀ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਹੈ ਜੀ। ਹਾਂਜੀ, ਦੇਖੋ ਇਹ ਜਿਹੜਾ ਮਸਲਾ ਹੈ ਨਾ, ਇਹ ਬੇਅੰਤ ਸਿੰਘ ਹੱਤਿਆਕਾਂਡ ਨਾਲ ਜੁੜਿਆ ਹੋਇਆ ਹੈ ਤੇ ਜੀ ਇਹਨੂੰ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ ਕਿ ਜੀ ਬਹੁਤ ਪੁਰਾਣਾ ਮਾਮਲਾ ਹੈ। ਤਾਂ ਦਰਅਸਲ ਕੀ ਹੈ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਰਾਹਤ ਵਾਲੀ ਗੱਲ ਇਹ ਰਹੀ ਕਿ ਜ਼ਮਾਨਤਾਂ ਮਿਲੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇੱਕ ਦੋ ਜ਼ਮਾਨਤਾਂ ਮਿਲ ਗਈਆਂ ਤਾਂ ਉਹ ਫਿਰ ਗਰਾਊਂਡ ਬਣ ਜਾਂਦਾ ਹੈ, ਦੂਸਰੇ ਨੂੰ ਵੀ ਉਹਨਾਂ ਚੀਜ਼ਾਂ ਦਾ ਜਿਹੜਾ ਹੈ ਨਾ ਗੁਰਪ੍ਰੀਤ ਜੀ ਉਹ ਲਾਭ ਮਿਲ ਜਾਂਦਾ ਕਿਸੇ ਵੀ ਕੇਸ ਦੇ ਵਿੱਚ। ਜਿੱਦਾਂ ਫਰਜ਼ ਕਰੋ, ਮੈਂ ਮਿਸਾਲ ਦੇ ਦਿੰਦਾ, ਜੇ ਕੋਈ ਐਨਡੀਪੀਐਸ ਦੇ ਵਿੱਚ ਕੋਈ ਇੱਕ ਵੱਖਰਾ ਫੈਸਲਾ ਆ ਜਾਂਦਾ ਤਾਂ ਉਸ ਫੈਸਲੇ ਦੇ ਆਧਾਰ ਤੇ ਬਹੁਤ ਸਾਰੇ ਗਾਂ ਕੇਸਾਂ ਦਾ ਭਵਿੱਖ ਵੀ ਤੈਅ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀ ਹੁੰਦਾ ਜਦੋਂ ਇੱਕ ਕੇਸ ਨਾਲ ਜੁੜੇ ਕਿਸੇ ਬੰਦੇ ਨੂੰ ਰਾਹਤ ਮਿਲਦੀ ਹੈ, ਉਨੀ ਸਜ਼ਾ ਮਿਆਦ ਹੁੰਦੀ ਹੈ, ਸਾਰਾ ਕੁਝ ਉਨਾ ਹੀ ਹੁੰਦਾ, ਕੱਟੀ ਵੀ ਉਨੀ ਹੁੰਦੀ ਹੈ, ਫਿਰ ਦੂਸਰੇ ਨੂੰ ਲਾਭ ਮਿਲਣਾ ਸੌਖਾ ਹੋ ਜਾਂਦਾ ਹੈ। ਹਾਲਾਂਕਿ ਅਗਾਂਹ ਜਿੱਦਾਂ ਆਪਾਂ ਦੇਖਦੇ ਹਾਂ, ਜੇ ਆਪਾਂ ਵੇਖੀਏ ਜਗਤਾਰ ਸਿੰਘ ਹਵਾਰਾ, ਜਿੱਦਾਂ ਆਪਾਂ ਦੇਖੀਏ ਬਲਵੰਤ ਸਿੰਘ ਰਾਜੋਆਣਾ ਜਾਂ ਪਰਮਜੀਤ ਸਿੰਘ ਭਿਓਰਾ ਜਾਂ ਜਗਤਾਰ ਸਿੰਘ ਤਾਰਾ, ਇਹ ਕੁਝ ਮਾਮਲੇ ਅਲੱਗ ਹੋ ਜਾਣਗੇ। ਤਾਂ ਇੱਥੇ ਜਿਹੜੇ ਨੇ ਇਹ ਮਾਮਲੇ ਕੁਝ ਅਲੱਗ ਹੋ ਜਾਣਗੇ ਜਿਨ੍ਹਾਂ ਦਾ ਆਪਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰ ਰਹੇ ਹਾਂ ਕਿ ਪ੍ਰੀ ਮੈਚਿਓਰ ਰਿਲੀਜ਼ ਜਿਹੜੀ ਹੈ ਨਾ ਉਹ ਦਿੱਤੀ ਜਾਵੇ। ਇਹ ਹੈ ਪਟੀਸ਼ਨ ਦਾ ਆਧਾਰ। ਤਾਂ ਇਹਦੇ ਵਿੱਚ ਕੀ ਹੈ ਕਿ ਸ਼ਮਸ਼ੇਰ ਸਿੰਘ ਤੋਂ ਪਹਿਲਾਂ ਜੇ ਆਪਾਂ ਵੇਖੀਏ ਤਾਂ ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ, ਇਹ ਦੋ ਰਿਹਾਈਆਂ ਹੋਈਆਂ ਨੇ ਆ ਕੁਝ ਹਫ਼ਤਿਆਂ ਦੇ ਅੰਦਰ ਅੰਦਰ। ਤਾਂ ਉਹ ਜਿੱਦਾਂ ਕਹ ਲਓ ਇੱਕੋ ਕੇਸ ਦੇ ਵਿੱਚ ਸਨ ਤੇ ਇੱਕੋ ਮਾਮਲਾ ਤੇ ਇੱਕੋ ਜਿੰਨੀ ਸਜ਼ਾ ਤਕਰੀਬਨ ਕੱਟੀ ਹੋਈ ਹੈ। ਤਾਂ ਜਦੋਂ ਇਹ ਦੋ ਰਿਹਾਈਆਂ ਹੋ ਗਈਆਂ, ਹੁਣ ਤੀਸਰੀ ਪਟੀਸ਼ਨ ਵੀ ਜਿਹੜੀ ਆ ਉਹ ਪੈ ਗਈ ਆ। ਹੁਣ ਗਾਂ ਜਿਵੇਂ ਮੈਂ ਕਿਹਾ ਕਿ ਕੁਝ ਕੇਸ ਵੱਖਰੇ ਨੇ, ਹੈ ਤਾਂ ਆਹੀ ਕੇਸ ਆ, ਪਰ ਉਹ ਸਜ਼ਾ ਵਗੈਰਾ ਜਾਂ ਜਿੱਦਾਂ ਹੁਣ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਤੁਹਾਨੂੰ ਪਤਾ ਹੈ, ਉਹ ਹਾਲੇ ਉਤਾਂ ਹੈ, ਫਾਂਸੀ ਨਾਲ ਜੁੜਿਆ। ਇਦਾਂ ਜੇ ਦੇਖੀਏ ਤਾਂ ਇਹ ਮਾਮਲੇ ਵੱਖ-ਵੱਖ ਬਣ ਜਾਂਦੇ ਆ। ਸੋ ਇਸ ਕਰਕੇ ਇਹ ਜਿਹੜਾ ਮਤਲਬ ਕਿ ਹੈਗਾ ਸ਼ਮਸ਼ੇਰ ਸਿੰਘ ਦਾ ਕੇਸ, ਮੈਨੂੰ ਲੱਗਦਾ ਬਹੁਤ ਮਜ਼ਬੂਤ ਕੇਸ ਆ, ਜਲਦੀ ਰਿਹਾਈ ਮਿਲ ਜਾਏਗੀ, ਬਹੁਤ ਜਲਦੀ ਰਿਹਾਈ ਮਿਲ ਜਾਏਗੀ। ਤਾਂ ਇਸੇ ਤਰ੍ਹਾਂ ਜਦੋਂ ਇਹ ਰਿਹਾਈਆਂ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇੱਕ ਅੱਧ ਜਾਂ ਇੱਕ ਦੋ ਹੋਰ ਮਾਮਲਿਆਂ ਦੇ ਵਿੱਚ ਵੀ ਲਾਭ ਮਿਲ ਜਾਵੇ। ਮਤਲਬ ਕਿ ਸਾਰਿਆਂ ਨੂੰ ਤਾਂ ਨਹੀਂ ਮੈਂ ਕਹਿ ਸਕਦਾ ਕਿ ਯਕਦਮ ਰਿਹਾਈ ਮਿਲ ਜਾਏਗੀ ਜਾਂ ਲਾਭ ਮਿਲ ਜਾਏਗਾ। ਜਿੰਨੇ ਵੀ ਬੰਦੀ ਸਿੰਘ ਬਚੇ ਆ ਉਹਨਾਂ ਦੇ ਵਿੱਚੋਂ ਕੁਝ ਹੋਰ ਹੱਥ ਮਿਲ ਜਾਏਗੀ। ਇਹ ਵੱਡੀ ਗੱਲ ਹੈ ਕਿਉਂਕਿ ਇਹਨਾਂ ਨੇ ਜਾ ਕੇ ਜਿਹੜੀ ਹੁਣ ਪਟੀਸ਼ਨ ਦਾਇਰ ਕੀਤੀ ਆ, ਉਹਨਾਂ ਨੇ ਕਿਹਾ ਕਿ ਜਿਹੜਿਆਂ ਨੂੰ ਅੱਗੇ ਤੁਸੀਂ ਦਿੱਤੀ ਹੈ ਜ਼ਮਾਨਤ, ਤਾਂ ਬਈ 27 ਸਾਲ ਅਸੀਂ ਵੀ ਉਸੇ ਤਰ੍ਹਾਂ ਸਜ਼ਾ ਕੱਟੀ ਹੈ ਤੇ ਇਹ ਬਕਾਇਦਾ ਮੈਨੂੰ ਲੱਗਦਾ ਕਿ ਪੈਰੋਲ ਤੇ ਵੀ ਜਾਂਦੇ ਰਹੇ, ਤਾਂ ਇਹਨਾਂ ਦੀ ਵੀ ਰਿਹਾਈ ਦਾ ਰਸਤਾ ਤਕਰੀਬਨ ਪੱਧਰ ਹੈ। ਇਹ ਜਿਹੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਸ਼ੁਰੂ ਚ ਮਿਸਾਲ ਦੇ ਕੇ ਕਿ ਉਹ ਕੀ ਹੁੰਦਾ ਕਿ ਫਿਰ ਇੱਕ ਗਰਾਊਂਡ ਜਦੋਂ ਬਣ ਜਾਂਦਾ ਤਾਂ ਫਿਰ ਦੂਸਰੇ ਕੇਸ ਦੇ ਵਿੱਚ ਵੀ ਉਹ ਕੰਮ ਆਉਂਦਾ ਹੈ, ਤਾਂ ਦੂਸਰੇ ਤੋਂ ਬਾਅਦ ਤੀਸਰੇ ਚ ਆ ਜਾਂਦਾ। ਇਸੇ ਤਰ੍ਹਾਂ ਮੈਂ ਕਹਿ ਰਿਹਾ ਕਿ ਹੋਰ ਜਿਹੜੇ ਬੰਦੀ ਸਿੰਘ ਆ, ਹੋ ਸਕਦਾ ਹੁਣ ਤਾਂ ਵੈਸੇ ਗਿਣਤੀ ਜਿਹੜੀ ਉਹ ਘਟ ਗਈ, ਜਿੰਨੇ ਵੀ ਅੱਗੇ ਆਪਾਂ ਦੇਖੇ ਆ ਬੰਦੀ ਸਿੰਘਾਂ ਦੀ ਲਿਸਟ ਦੇ ਵਿੱਚ ਨਾ, ਤਾਂ ਮੈਨੂੰ ਲੱਗਦਾ ਕਿ ਉਹ ਜਿੰਨੇ ਵੀ ਹੈਗੇ ਨੇ ਬਕਾਇਆ ਜਿੰਨੇ ਬਚੇ ਨੇ ਉਹਨਾਂ ਦੇ ਵਿੱਚੋਂ ਵੀ ਜਦੋਂ ਇਹ ਤੀਜੀ ਰਿਹਾਈ ਹੋ ਗਈ ਤਾਂ ਹੋ ਸਕਦਾ ਕਿ ਜੇ ਕੋਈ ਇੱਧਰ ਜੁੜਿਆ ਹੋਇਆ ਪੰਜਾਬ ਐਂਡ ਹਰਿਆਣਾ ਕੋਰਟ ਨਾਲ ਖਾਸ ਤੌਰ ਤੇ ਮਾਮਲਾ, ਤਾਂ ਮੈਨੂੰ ਲੱਗਦਾ ਡੈਫੀਨਿਟਲੀ ਉਹ ਵੀ ਰਾਹਤ ਮਿਲ ਜਾਏਗੀ। ਜੀ ਸੋ ਵੇਖਦੇ ਹਾਂ ਕਿ ਰਾਹਤ ਮਿਲਦੀ ਹੈ ਜਾਂ ਨਹੀਂ, ਜੇ ਮਿਲਦੀ ਹੈ ਤਾਂ ਕਿੰਨੀ ਜਲਦੀ ਮਿਲਦੀ ਹੈ। ਅੱਗੇ ਵਧੀਏ, ਪੰਜਾਬ ਦੀਆਂ ਕਈ ਸਕੀਮਾਂ ਤੇ ਪੈ ਰਿਹਾ ਹੈ ਪੰਜਾਬ ਕੇਂਦਰ ਦੇ ਵਿਵਾਦ ਦਾ ਅਸਰ ਜੀ। ਸਕੀਮਾਂ ਤੇ ਫਿਰ ਆਪਾਂ ਜਿਹੜੀਆਂ ਗੱਲਾਂ ਕਰਕੇ ਆਏ ਆ
ਗੱਲਾਂ ਤੇ ਜੀ ਉਹੀ ਨੇ। ਹੁਣ ਦੇਖੋ ਅਸਰ ਤਾਂ ਪੈਣਾ ਹੀ ਆ, ਕਿਉਂਕਿ ਆਪਾਂ ਜੇ ਦੇਖੀਏ ਤਾਂ ਸਿੱਧਾ 1000 ਕਰੋੜ ਦਾ ਵੈਸੇ ਆਰਥਿਕ ਮੁਹਾਜ਼ ਤੇ ਜੋ ਤੰਗੀ ਸ਼ੰਗੀ ਚੱਲਦੀ ਆ ਉਹਦੀ ਆਪਾਂ ਗੱਲ ਕਰਦੇ ਰਹਿੰਦੇ ਹਾਂ। ਵੈਸੇ ਮੀਡੀਆ 'ਚ ਬਹੁਤ ਘੱਟ ਗੱਲ ਹੁੰਦੀ ਆ, ਇਕਨੋਮੀ ਤੇ ਗੱਲ ਬਹੁਤ ਘੱਟ ਕੀਤੀ ਜਾਂਦੀ ਆ। ਇਹ ਇਸ ਦੇਸ਼ ਦੇ ਵਿੱਚ ਇੱਕ ਰੀਤ ਜੀ ਬਣ ਗਈ ਹੈ, ਜਦ ਕਿ ਇਹ ਸਭ ਤੋਂ ਅਹਿਮ ਹੈ, ਸਭ ਤੋਂ ਜ਼ਰੂਰੀ ਚੀਜ਼ ਆ। ਤਾਂ ਵੇਖੋ ਪੇਂਡੂ ਵਿਕਾਸ ਫੰਡ ਜਿਹਦੀ ਆਪਾਂ ਹੁਣ ਗੱਲ ਕਰਕੇ ਹਟੇ ਆ ਕਿ ਉਹਦਾ ਮਸਲਾ ਵੀ ਉੱਠ ਸਕਦਾ ਹੈ। ਫਿਰ ਜੇ ਤੁਸੀਂ ਦੇਖੋਗੇ ਤਾਂ ਬੈਲੈਂਸ ਸ਼ੀਟ ਦੇ ਵਿੱਚੋਂ ਵੀ ਇਹਨਾਂ ਨੇ ਆਰਡੀਐਫ ਹਟਾ ਦਿੱਤਾ, ਉਹਦਾ ਵੀ ਪੰਗਾ ਪੈ ਸਕਦਾ। ਰਾਸ਼ਟਰੀ ਸਿਹਤ ਮਿਸ਼ਨ ਆ, ਉਹਦਾ ਵੀ 800 ਕਰੋੜ ਰੁਪਈਆ ਰੋਕ ਦਿੱਤਾ ਹੈ। ਮਨਸੁਖ ਮਾਂਡਵੀਆ ਜਿਹੜੇ ਸਿਹਤ ਮੰਤਰੀ ਹੈ ਕੇਂਦਰ ਦੇ, ਉਹਨਾਂ ਨੇ ਕਿਹਾ ਸੀਗਾ ਕਿ ਨਾਮ ਬਦਲਿਆ ਇਹਨਾਂ ਨੇ, ਆਮ ਆਦਮੀ ਕਲੀਨਿਕ ਰੱਖਿਆ, ਸਕੀਮ ਤਦ ਕਰਕੇ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇਹ ਸਿਹਤ ਅਤੇ ਤੰਦਰੁਸਤੀ ਸੈਂਟਰ ਕੇਂਦਰ ਦੇ 60% ਫੰਡਾਂ ਨਾਲ ਚਲਾਏ ਜਾਂਦੇ ਸੀ। ਤਾਂ ਇਹ ਵੀ ਇੱਕ ਜੀ ਰੋਲ ਘਚੋਲਾ, ਕਿਉਂਕਿ ਇਹਦੇ ਤੇ ਵਿਰੋਧੀ ਹੁਣ ਸਵਾਲ ਵੀ ਚੁੱਕਣਗੇ ਕਿ ਤੁਹਾਡੀ ਗਲਤੀ ਹੈ ਬਈ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਇਹਦੇ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਜੀ ਇਹਦੇ 'ਚ 2021 ਤੇ 21-22 ਯਾਨੀ ਇਹ ਫਾਈਨੈਂਸ਼ੀਅਲ ਈਅਰ ਜਿਹੜੇ ਆ ਦੋ, ਤੇ ਇਹਨਾਂ ਵਾਸਤੇ 360 ਕਰੋੜ ਰੁਪਈਆ ਜਿਹੜਾ ਬਣਦਾ ਸੀਗਾ ਉਹ ਇਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਕੇਂਦਰ ਨੂੰ ਕਿ ਉਹਨਾਂ ਨੇ ਦਿੱਤਾ ਹੀ ਨਹੀਂ ਹੈ। ਜੀ ਤਾਂ 22-23 ਵਾਸਤੇ ਵੀ 260 ਕਰੋੜ ਰੁਪਈਆ ਇਹਨਾਂ ਨੇ ਮੰਗਿਆ। ਫਿਰ ਅਤਿਆਚਾਰ ਰੋਕੋ ਐਕਟ ਹੈ ਜਿਹੜਾ, ਉਹਦੇ ਲਈ ਵੀ ਪ੍ਰਤੀ ਲਾਭਪਾਤਰੀ ਜਿਹੜਾ ਇਹਨਾਂ ਨੇ ਰਕਮ ਦਾ 50,000 ਰੁਪਇਆ ਤੋਂ ਵਧਾ ਕੇ 2.5 ਲੱਖ ਰੁਪਇਆ ਕਰਨ ਦੀ ਮੰਗ ਕੀਤੀ ਹੈ। ਉਹਦਾ ਵੀ ਹਾਲੇ ਤੱਕ ਕੋਈ ਮਸਲਾ ਨਹੀਂ ਹੱਲ ਹੋਇਆ। ਲੇਬਰ ਫੰਡ ਹੈ, ਲੇਬਰ ਫੰਡ ਦਾ ਵੀ ਕਿਤੇ ਨਾ ਕਿਤੇ ਰੇੜਕਾ ਹੈ। ਝੋਨੇ ਦੀ ਰਹਿੰਦ ਖੂੰਹਦ ਮਤਲਬ ਕਿ ਪਰਾਲੀ ਵਾਲਾ, ਉਹ ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਸੀਜ਼ਨ ਦੇ ਦੌਰਾਨ ਬਹੁਤ ਰੌਲਾ ਪਿਆ ਸੀ, ਪੱਤਰ ਪੁੱਤਰ ਇਹਨਾਂ ਨੇ ਲਿਖੇ ਸੀਗੇ, ਪੇਸ਼ਕਸ਼ਾਂ ਵੀ ਕੀਤੀਆਂ ਸੀ। ਯਾਨੀ ਕੁੱਲ ਮਿਲਾ ਕੇ ਖਾਸਾ ਖਲਾਰਾ ਹੈ। ਤਾਂ ਜੇ ਜੀ ਆਪਾਂ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਵਿਸ਼ੇਸ਼ ਇਜਲਾਸ ਦੇ ਦੌਰਾਨ ਇਹਨਾਂ ਮੁੱਦਿਆਂ ਨੂੰ ਛੋਹਿਆ ਜਾਂਦਾ ਹੈ ਤਾਂ ਇੱਕ ਭਖਵੀਂ ਤੇ ਲੰਬੀ ਚੌੜੀ ਬਹਿਸ ਹੋਣ ਦੀ ਪੂਰੀ ਸੰਭਾਵਨਾ ਹੈ। ਤਾਂ ਕੇਂਦਰ ਜਿਹੜਾ ਹੈ ਬਈ, ਮੈਂ ਤਾਂ ਇੱਕ ਗੱਲ ਕਹੂੰਗਾ ਕਿ ਕੁਝ ਚੀਜ਼ਾਂ ਜਦੋਂ ਤੁਸੀਂ ਮੰਨ ਲਈਆਂ, ਜਿਵੇਂ ਆਰਡੀਐਫ ਦੇ ਵਿੱਚ ਆ, ਠੀਕ ਹੈ, ਕੇਂਦਰ ਹਮੇਸ਼ਾ ਇਸ ਤਰ੍ਹਾਂ ਦੀਆਂ ਨੀਤੀਆਂ ਵਾਸਤੇ ਬਦਨਾਮ ਹੋ ਚੁੱਕਾ, ਖਾਸ ਤੌਰ ਤੇ ਮੌਜੂਦਾ ਸਰਕਾਰ, ਇਹ ਠੀਕ ਆ, ਇਹਦੇ 'ਚ ਕੋਈ ਗੱਲ ਨਹੀਂ। ਪਰ ਰੌਲਾ ਇਸ ਚੀਜ਼ ਦਾ ਆ, ਤੁਸੀਂ ਦੇਖੋ ਗੁਰਪ੍ਰੀਤ ਜੀ, ਇੱਥੇ ਹੁਣ ਜਿਹੜੀ ਰਕਮ ਨਾਮ ਤੋਂ ਹੀ ਰੁਕੀ ਪਈ ਆ, ਜਾਂ ਤਾਂ ਤੁਸੀਂ ਕਾਨੂੰਨੀ ਨੁਕਤਿਆਂ ਨਾਲ ਉਹਨਾਂ ਨੂੰ ਗਲਤ ਕਰਾਰ ਦੇਵੋ ਕਿ ਅਸੀਂ ਨਾ ਰੱਖ ਸਕਦੇ ਹਾਂ, ਤੇ ਜੇ ਤੁਸੀਂ ਗਲਤ ਹੋ ਤਾਂ ਫਿਰ ਇੱਥੇ ਤਾਂ ਗਲਤੀ ਤੁਹਾਡੀ ਹੈ, ਕਿਉਂਕਿ ਆਰਡੀਐਫ ਦੇ ਵਿੱਚ ਤਾਂ ਤੁਸੀਂ ਜਦੇ ਹੀ ਸੋਧ ਕਰ ਦਿੱਤੀ ਸੀ, ਅਮੈਂਡਮੈਂਟ ਕਰ ਦਿੱਤੀ ਸੀਗੀ। ਤੁਹਾਨੂੰ ਯਾਦ ਹੈ ਨਾ, ਭਗਵੰਤ ਮਾਨ ਸਰਕਾਰ ਨੇ ਆਉਂਦੇ ਹੀ ਅਮੈਂਡਮੈਂਟ ਲੈ ਆਂਦੀ ਸੀਗੀ, ਉਹ ਆਰਡੀਐਫ ਫਿਰ ਵੀ ਅੜ ਗਿਆ। ਯਾਨੀ ਇੱਕ ਥਾਂ ਤੇ ਜੇ ਤੁਸੀਂ ਝੁਕ ਸਕਦੇ ਹੋ, ਲਿਖ ਸਕਦੇ ਹੋ, ਤਾਂ ਫਿਰ ਇਸ ਪੈਸੇ ਵਾਸਤੇ ਤੁਸੀਂ ਆਪਣਾ ਨਾਮ ਜਿਹੜਾ ਆ, ਜਿਹੜਾ ਨਾਮਕਰਨ ਆਪਦੀ ਪਾਰਟੀ ਨਾਲ ਰਲਦਾ ਮਿਲਦਾ ਕੀਤਾ ਤੁਸੀਂ, ਤਾਂ ਉਹ ਕਿਉਂ ਕੀਤਾ ਫਿਰ, ਤੇ ਜਾਂ ਬਦਲਿਆ ਕਿਉਂ ਨਹੀਂ ਜਾ ਸਕਦਾ? ਜੀ ਇਹ ਤਾਂ ਹੈ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਝੋਲ ਨੇ ਇਹਦੇ ਵਿੱਚ ਜਿਹੜੇ ਸਾਫ਼ ਹੋਣੇ ਬਣਦੇ ਨੇ। ਉਹਦੇ 'ਚ ਕਿਸੇ ਨਾ ਕਿਸੇ ਨੂੰ ਤਾਂ ਕੰਪਰੋਮਾਈਜ਼ ਕਰਨਾ ਪਊ, ਜਾਂ ਫਿਰ ਅੱਗੇ ਆ ਕੇ ਇਹ ਕਢਾਉਣੀ ਪਊ ਵੀ ਇਸ ਮਾਮਲੇ 'ਚ ਜਲਦੀ ਹੱਲ ਕਰੋ, ਸਾਡਾ ਤਾਂ ਦਮ ਘੁੱਟਦਾ ਜਾਂਦਾ, ਕਿਉਂਕਿ ਪੈਸੇ ਬਿਨਾਂ ਤਾਂ ਕੁਝ ਵੀ ਸੰਭਵ ਨਹੀਂ। ਇਹ ਤਾਂ ਫੇਰ ਵੀ ਪੂਰਾ ਪੰਜਾਬ ਹੈ। ਸੋ ਅੱਗੇ ਚੱਲੀਏ, ਗੱਲ ਕਰੀਏ ਬਠਿੰਡਾ ਜੇਲ੍ਹ ਪਰਤਿਆ ਗੈਂਗਸਟਰ ਲਾਰੈਂਸ। ਤੇ ਮੈਂ ਕਿਤੇ ਹੋਰ ਵੀ ਮਿੰਟੂ ਜੀ ਪੜ੍ਹ ਰਿਹਾ ਸੀ, ਲਿਖਿਆ ਹੋਇਆ ਸੀ ਕਿ ਬਠਿੰਡਾ ਜੇਲ੍ਹ ਬਣੀ ਲਾਰੈਂਸ ਲਈ ਸੁਰੱਖਿਆ ਕਵਚ। ਇਹ ਮਾਮਲਾ ਕੀ ਹੈ ਜੀ ਸਾਰਾ? ਨਹੀਂ, ਸੁਰੱਖਿਆ ਕਵਚ ਇਹਨੂੰ ਏਦਾਂ ਕਹਿ ਸਕਦੇ ਆ ਕਿ ਦਰਅਸਲ ਕੀ ਹੋਇਆ ਸੀਗਾ ਕਿ ਬੀਤੇ ਦਿਨ ਹੀ ਨਾ ਜਿਹੜੀ ਦਿੱਲੀ ਪੁਲਿਸ ਆ, ਉਹਨੇ ਕੋਰਟ ਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਵੇਖੋ ਜੀ, ਇੱਥੇ ਇਹਦੇ ਤੇ ਹਮਲਾ ਹੋ ਸਕਦਾ ਕਿਉਂਕਿ ਅਸੀਂ ਇਹਨੂੰ ਬਠਿੰਡੇ ਚੋਂ ਲੈ ਕੇ ਆਏ ਸਾਂ ਲਾਸਟ ਵਾਰੀ, ਤੇ ਅਸੀਂ ਗੁਜ਼ਾਰਿਸ਼ ਕਰਨੇ ਆ ਕਿ ਇਹਨੂੰ ਉੱਥੇ ਹੀ ਛੱਡਿਆ ਜਾਵੇ। ਤਾਂ ਫਿਰ ਕੋਰਟ ਨੇ ਹੁਕਮ ਦਿੱਤਾ ਕਿ ਬਿਲਕੁਲ ਠੀਕ ਹੈ, ਦਰੁਸਤ ਆਖ ਰਹੇ ਹੋ ਤੁਸੀਂ, ਵਜ੍ਹਾ ਫਰਮਾ ਰਹੇ ਹੋ ਤੁਸੀਂ ਕਿ ਬਈ ਇਹਨੂੰ ਲੈ ਜਾਓ, ਉੱਥੇ ਹੀ ਲੈ ਜਾਓ। ਕਿਉਂਕਿ ਦਿੱਲੀ ਦੇ ਵਿੱਚ ਵੇਖੋ ਰੌਲਾ ਕੀ ਹੈ ਕਿ ਪਹਿਲਾਂ ਟਿੱਲੂ ਤਾਜਪੁਰੀਏ ਨੇ ਜਤਿੰਦਰ ਗੋਗੀ ਮਾਰਤਾ। ਇਹ ਜਤਿੰਦਰ ਗੋਗੀ ਨੂੰ ਮਤਲਬ ਕਿ ਸਪੋਰਟ ਕਰਦੇ ਸੀ, ਉਹਦੇ ਗੈਂਗ ਨੂੰ, ਹਾਲਾਂਕਿ ਉਹ ਪਹਿਲਾਂ ਦੋਨੇ ਆਪਸ ਦੇ ਵਿੱਚ ਯਾਰ ਸੀ, ਗੋਗੀ ਤੇ ਟਿੱਲੂ। ਤੇ ਫਿਰ ਟਿੱਲੂ ਤਾਜਪੁਰੀਏ ਨੂੰ ਮਾਰ ਦਿੱਤਾ ਗੋਗੀ ਦੇ ਗੈਂਗ ਦੇ ਬੰਦਿਆਂ ਨੇ ਤਿਹਾੜ ਦੇ ਵਿੱਚ। ਹੁਣ ਉਹ ਕਿਉਂਕਿ ਉਸੇ ਏਰੀਏ ਦੇ ਬਦਮਾਸ਼ ਨੇ, ਉਸੇ ਏਰੀਏ ਦੇ, ਤੇ ਉਹ ਜੇ ਆਪਾਂ ਦੇਖੀਏ ਕਿ ਆਪਣੇ ਪੰਜਾਬ ਵਾਂਗੂ ਹੁਣ ਦਿੱਲੀ ਦੇ ਵਿੱਚ ਕੋਈ ਇੰਨੀਆਂ ਜੇਲ੍ਹਾਂ ਤੇ ਹੈ ਨਹੀਂ, 17-18 ਜੇਲ੍ਹਾਂ ਤੇ ਹੈ ਨਹੀਂ। ਜੇਲ੍ਹਾਂ ਤੇ ਉੱਥੇ ਦੋ ਨੇ ਸਿਰਫ, ਇੱਕ ਛੋਟੀ, ਇੱਕ ਤਿਹਾੜ ਜੇਲ੍ਹ, ਇੱਕ ਮੰਡੋਲੀ ਜੇਲ੍ਹ ਕਹਿ ਦਿੰਦੇ ਉਹਨੂੰ। ਤਾਂ ਉਹਨਾਂ ਦੋਨਾਂ ਜੇਲ੍ਹਾਂ ਦੇ ਵਿੱਚ ਹੀ ਬੰਦੇ ਜਿਹੜੇ ਆ ਉਹ ਟਿੱਲੂ ਦੇ ਵੀ ਹੈਗੇ ਆ। ਸੋ ਇਸ ਕਰਕੇ ਇਹਨਾਂ ਨੇ ਸ਼ਾਇਦ ਰਿਸਕ ਨਹੀਂ ਲਿਆ।
ਇਹਨਾਂ ਨੂੰ ਇਹ ਆ ਕਿ ਬਈ ਅਸੀਂ ਹਮਲੇ ਤੋਂ ਤਾਂ ਨਹੀਂ ਰੋਕ ਸਕਦੇ, ਘੱਟੋ ਘੱਟ ਇਹ ਕਰ ਸਕਦੇ ਆ ਕਿ ਇੱਧਰ, ਕਿਉਂਕਿ ਇਹਨਾਂ ਦੇ ਬੰਦੇ ਘੱਟ ਨੇ ਜਿਹੜੇ ਉਹ ਗੈਂਗ ਵਾਲੇ ਟਿੱਲੂ ਹੈ ਜਾਂ ਗੋਗੀ ਆ, ਹਾਲਾਂਕਿ ਗਾਂ ਇਹ ਅਲਾਈਡ ਤੇ ਹੈਗੇ ਨੇ ਇੱਕ ਦੂਜੇ ਦੇ, ਉਹ ਤੇ ਸਿੰਡੀਕੇਟ ਬਣੇ ਆ ਇਹਨਾਂ ਦੇ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪਰ ਇਹ ਆ ਕਿ ਉਹ ਫਿਰ ਮਤਲਬ ਕਿ ਥੋੜਾ ਜਿਹਾ ਰਿਸਕ ਘਟ ਜਾਂਦਾ, ਤੇ ਇਸ ਕਰਕੇ ਇਹਨਾਂ ਨੇ ਰਿਕੁਐਸਟ ਕੀਤੀ ਸੀ ਜੱਜ ਸਾਹਿਬ ਨੂੰ, ਅਦਾਲਤ ਨੂੰ, ਤੇ ਜਿਹੜੀ ਪ੍ਰਵਾਨ ਕਰਕੇ ਤੇ ਇਹਨੂੰ ਲਾਰੈਂਸ ਨੂੰ ਇੱਥੇ ਛੱਡਿਆ ਗਿਆ। ਸ਼ਾਇਦ ਇਸ ਕਰਕੇ ਜਿਹੜਾ ਤੁਸੀਂ ਆ ਸ਼ਬਦ ਇਸਤੇਮਾਲ ਕੀਤਾ ਸੁਰੱਖਿਆ ਕਵਚ, ਉਹ ਕਿਸੇ ਨੇ ਇਸਤੇਮਾਲ ਕਰ ਲਿਆ ਹੋਵੇ, ਮੀਡੀਆ ਆਊਟਲੈਟ ਨੇ। ਜੀ ਜੀ। ਸੋ ਅੱਗੇ ਚਲੀਏ, ਮਹਾਪੰਚਾਇਤ ਰੱਦ ਹੋ ਗਈ ਜੀ ਪਰੋਲਾ ਦੀ। ਹਾਂਜੀ, ਜਿਹਦੇ ਤੇ ਆਪਾਂ ਰਾਤੀ ਗੱਲ ਕਰ ਰਹੇ ਸਾਂ, ਕੱਲ ਗੱਲ ਕਰ ਰਹੇ ਸਾਂ, ਅਸੀਂ ਯੂਐਸ ਦੀ ਤਸਵੀਰ ਕਹਿ ਸਕਦੇ ਆ ਇੰਡੀਆ ਦੀ। तो ਗੱਲ ਇਹ ਆ ਕਿ ਬਈ ਉਹ ਰੱਦ ਹੋ ਗਈ ਆ, ਕਿਉਂਕਿ ਮਾਮਲਾ ਸੁਪਰੀਮ ਕੋਰਟ, ਹਾਈ ਕੋਰਟ ਤੱਕ ਵੀ ਚਲੇ ਗਿਆ, ਕਿਉਂਕਿ ਉਹ ਬਹੁਤ ਫਿਰਕੂ ਫਸਾਦ ਸੀਗਾ ਨਾ ਤਗੜਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਸਲਾ ਤੇ ਸੀਗਾ ਕਿ ਜਿਵੇਂ ਆਪਾਂ ਵੇਖਦੇ ਆਮ ਗਲੀ ਮੁਹੱਲੇ ਬਾਜ਼ਾਰ ਦੇ ਵਿੱਚੋਂ ਕੁੜੀ ਮੁੰਡਾ ਚਲੇ ਜਾਂਦੇ ਆ ਕਈ ਵਾਰ ਮਰਜ਼ੀ ਨਾਲ, ਕਈ ਵਾਰ ਫਿਰ ਉਹ ਇਲਜ਼ਾਮ ਵੀ ਲੱਗਦਾ ਹੈ ਕਿ ਉਹ ਭੁਚਲਾ ਕੇ ਲੈ ਗਿਆ। ਪਰ ਇਹਦੇ ਵਿੱਚ ਕੀ ਆ ਕਿ ਚਲੋ ਹੋ ਸਕਦਾ ਮੁੰਡੇ ਦੀ ਕੋਈ ਗਲਤੀ ਹੋਵੇ, ਚਲੋ ਹੋ ਸਕਦਾ ਦੋਨੇ ਇੰਟਰਕਾਸਟ ਹੋ ਸਕਦੇ ਆ ਜਾਂ ਦੋਨੇ ਇੱਕ ਦੂਸਰੇ ਧਰਮ ਦੇ ਹੋ ਸਕਦੇ ਆ, ਪਰੰਤੂ ਕਿਸੇ ਸਾਰੇ ਫਿਰਕੇ ਨੂੰ ਨਿਸ਼ਾਨੇ ਤੇ ਲੈ ਆਉਣਾ, ਉੱਥੇ ਵੇਖੋ ਡਰ ਦੇ ਮਾਰੇ ਕਈ ਪਰਿਵਾਰ ਉੱਥੋਂ ਹਿਜਰਤ ਕਰ ਵੀ ਗਏ, ਕਈ ਜਿਹੜੇ ਸੀਗੇ ਉਹ ਘਰਾਂ ਚੋਂ ਨਹੀਂ ਸੀਗੇ ਨਿਕਲ ਰਹੇ, ਕਿਉਂਕਿ ਮਾਹੌਲ ਇੰਨਾ ਤਣਾਅਗ੍ਰਸਤ ਹੋ ਗਿਆ ਸੀਗਾ। ਤਾਂ ਅਖੀਰ ਫਿਰ ਹੁਣ ਜਦੋਂ ਇਹ ਮਾਮਲਾ ਕੋਰਟ ਕਚਹਿਰੀਆਂ ਤੱਕ ਗਿਆ, ਫਿਰ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਸਮਝ ਲੱਗੀ ਕਿ ਗਾਂ ਕਿਤੇ ਨੁਕਸਾਨ ਨਾ ਹੋ ਜਾਵੇ, ਕਿਉਂਕਿ ਹੁਣ ਜਿਹੜੇ ਇਸ ਤਰ੍ਹਾਂ ਦੇ ਹੁਣ ਬਜਰੰਗ ਦਲ ਆ, ਵਿਸ਼ਵ ਹਿੰਦੂ ਪਰਿਸ਼ਦ ਆ, ਇਹਨਾਂ ਦੇ ਜਦੋਂ ਬੁਲਾਰੇ ਬੋਲਦੇ ਆ, ਇਹਨਾਂ ਨੇ ਕੋਈ ਫੁੱਲ ਥੋੜੀ ਸੁੱਟਨੇ ਇੱਕ ਦੂਜੇ ਤੇ, ਤੇ ਇਸ ਕਰਕੇ ਤਣਾਅ ਵਧਣਾ ਸੀਗਾ। ਸੋ ਇੱਕ ਵਾਰੀ ਫੈਸਲਾ ਲੈ ਲਿਆ ਗਿਆ, ਬਾਕੀ ਬਈ ਹੁਣ ਇਹ ਟਲਿਆ ਰਵੇ ਕੰਮ ਤੇ ਠੀਕ ਆ, ਬਿਹਤਰ ਆ। ਪਰ ਕਈ ਵਾਰ ਹੁੰਦਾ ਕਿ ਕੁਝ ਸਮੇਂ ਲਈ, ਕੁਝ ਵਕਤ ਲਈ ਤੇ ਇਹ ਚੀਜ਼ਾਂ ਜਿਹੜੀਆਂ ਇੱਕ ਵਾਰੀ ਰੁਕ ਜਾਂਦੀਆਂ, ਪਰ ਬਾਅਦ ਦੇ ਵਿੱਚ ਚੀਜ਼ਾਂ ਟ੍ਰਿਗਰ ਕਰ ਜਾਂਦੀਆਂ ਨੇ ਕਿਸੇ ਮੌਕੇ ਤੇ, ਕਈ ਵਾਰ ਫਿਰ ਕਲੈਸ਼ ਹੋ ਜਾਂਦੇ ਆ ਜਾਂ ਵਨ ਸਾਈਡਡ, ਫਿਰ ਕਈ ਵਾਰ ਕਹਿ ਲਓ ਕਿ ਬਹੁਤ ਜ਼ਿਆਦਾ ਹਿੰਸਾ ਵੀ ਹੋ ਜਾਂਦੀ ਹੈ, ਇੱਕ ਪਾਸੜੀ ਹਿੰਸਾ ਵੀ ਹੋ ਜਾਂਦੀ ਹੈ। ਸੋ ਇੱਕ ਵਾਰੀ ਤਾਂ ਉਸ ਇਲਾਕੇ ਦੇ ਵਿੱਚ, ਯਾਨੀ ਉੱਤਰਾਖੰਡ ਦਾ ਜਿਹੜਾ ਇਲਾਕਾ ਹੈ, ਉਹਦੇ ਵਿੱਚ ਸਥਿਤੀ ਜਿਹੜੀ ਆ ਠੀਕ ਆ, ਤਣਾਅਗ੍ਰਸਤ ਜ਼ਰੂਰ ਆ, ਪਰ ਅੰਡਰ ਕੰਟਰੋਲ ਆ। ਗਾਂ ਜੇ ਸਾਰਾ ਕੁਝ ਏਦਾਂ ਰਵੇ ਤਾਂ ਜੀ, ਸੋ ਸੁੱਖ ਸਬੀਲੀ ਹੀ ਰਹਿਣੀ ਚਾਹੀਦੀ ਹੈ, ਇਸੇ ਦੀ ਆਸ ਕਰ ਸਕਦੇ ਹਾਂ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਹੈ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਆਪਣੇ ਵਿਚਾਰ, ਰਾਏ, ਟਿੱਪਣੀਆਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਰਜ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਜੇਕਰ ਤੁਸੀਂ ਹਾਲੇ ਤੱਕ ਸਾਡੇ ਨਾਲ ਫੇਸਬੁੱਕ ਅਤੇ YouTube ਤੇ ਨਹੀਂ ਜੁੜੇ ਤਾਂ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਪੇਜ ਨੂੰ, ਅਤੇ YouTube ਦੇ ਉੱਪਰ ਪੰਜਾਬੀ ਰੇਡੀਓ USA ਸਰਚ ਕਰਕੇ ਉਸ ਨੂੰ ਸਬਸਕ੍ਰਾਈਬ ਕਰੋ, ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਧੰਨਵਾਦ।